ਸਾਹਿਬ ਜੀ ਦੰਡੋਤ ਵੰਦਨ ਕੁਵਾਰ। ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਪਿਤਾ ਜਨਮ ਜਿਮ ਪੂਤ ਨ ਪਾਵੈ। ਕਹਾਂ ਤਵਨ ਕਾ ਭੇਦ ਬਤਾਵੈ। ਕਹਾਂ ਲਾਗੇ ਕੀਟ ਬਖਾਨੈ। ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੂਲੇ। ਜਿਉ ਦੇਖ ਦੀਪਕ ਪਤੰਗ ਪਚਾਇਆ। ਪੰਡਤ ਭੁੱਲ ਭੁੱਲ ਮਾਇਆ ਵੇਖੈ। ਦਿਖਾ ਕਿਨੈ ਕਿਉ ਆਣ ਚੜਾਇਆ। ਦੂਜੈ ਭਾਏ ਪੜੈ ਨਿਤ ਵਿਖਿਆ। ਨਾਵੋਂ ਦੀਏ ਖੁਆਇਆ। ਜੋਗੀ ਜੰਗਮ ਸੰਨਿਆਸੀ ਭੁੱਲੇ। ਉਹ ਨਾ ਅਹੰਕਾਰ ਵੋ ਗਰਭ ਵਧਾਇਆ। ਸਾਧਨ ਭੋਜਨ ਨਾ ਲੈਈ ਸਤ ਭਿਖਿਆ। ਮਨ 8 ਜਨਮ ਗਵਾਇਆ। ਏਤੜਿਆਂ ਵਿੱਚੋਂ ਸੋ ਜਨ ਸਮਦਾ। ਜਿਨ ਗੁਰਮੁਖ ਨਾਮ ਧਿਆਇਆ। ਜਨ ਨਾਨਕ ਕਿਸਨੂੰ ਆਖ ਸੁਣਾਈਐ। ਜਾਂ ਕਰਦੇ ਸਭ ਕਰਾਇਆ। ਪੌੜੀ ਮਾਇਆ ਮੋਹ ਪ੍ਰੇਤ ਹੈ। ਕਾਮ ਕ੍ਰੋਧ ਹੰਕਾਰਾ। ਇਹ ਜਮ ਕੀ ਸਰਕਾਰ ਹੈ। ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਮਨੁਖ ਜਮ ਮਗ ਪਾਈਅਨ। ਜਿਨਾ ਦੂਜਾ ਭਾਉ ਪਿਆਰਾ। ਜਮਪੁਰ ਬੱਧੇ ਮਾਰੀਅਨ। ਕੋ ਸੁਣੈ ਨਾ ਪੁਕਾਰਾ। ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ। ਗੁਰਮੁਖ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਿਹਰਮਤ ਸਦਕਾ ਗੁਰਬਾਣੀ ਦੀ ਪਾਵਨ ਕਥਾ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਜੋ ਪਾਵਨ ਬਾਣੀ ਵਿਚਾਰ ਅਧੀਨ ਚੱਲ ਰਹੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋ ਗੁਜਰੀ ਰਾਗ ਦੀ ਵਾਰ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਹੈ। ਔਰ ਇਹਦੇ ਵਿੱਚ ਤਕਰੀਬਨ ਸਾਰੇ ਸ਼ਲੋਕ ਅਤੇ ਪੌੜੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ। ਪਿੱਛੇ ਇੱਕ ਸ਼ਲੋਕ ਭਗਤ ਕਬੀਰ ਸਾਹਿਬ ਜੀ ਦਾ ਵੀ ਆਇਆ ਸੀ। ਪਰ ਤਕਰੀਬਨ ਬਹੁਤ ਸਾਰੇ ਸ਼ਲੋਕ ਪੌੜੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ।
ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਹਨ। ਇੱਕ ਉਹ ਜਿਹੜੇ ਰੱਬ ਦੀ ਇਬਾਦਤ ਕਰਦੇ ਨੇ, ਰੱਬ ਦੀ ਭਗਤੀ ਕਰਦੇ ਨੇ ਔਰ ਸ਼ੁਭ ਕਰਮ ਕਰਦੇ ਨੇ। ਇੱਕ ਉਹ ਲੋਕ ਨੇ ਜਿਹੜੇ ਪਰਮਾਤਮਾ ਦੀ ਭਗਤੀ ਤੋਂ ਮੁਨਕਰ ਹੁੰਦੇ ਨੇ, ਉਹ ਮਾੜੇ ਕਰਮਾਂ ਦੇ ਵਿੱਚ, ਪਖੰਡ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਪ੍ਰਵਿਰਤ ਹੁੰਦੇ ਨੇ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਹਿਲਾਂ ਗੁਰਮੁਖਾਂ ਦੀ ਗੱਲ ਕੀਤੀ ਹੈ, ਜੋ ਆਪਾਂ ਕੱਲ੍ਹ ਬਚਨਾਂ ਦੀ ਵਿਚਾਰ ਕੀਤੀ ਸੀ। ਦੂਸਰਾ ਸ਼ਲੋਕ ਅਤੇ ਪੌੜੀ ਵਾਲਾ ਸ਼ਬਦ ਆਪ ਜੀ ਨੇ ਇਸ ਸਮੇਂ ਪਾਠ ਸਰਵਣ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉ ਦੇਖ ਦੀਪਕ ਪਤੰਗ ਪਚਾਇਆ। ਜੋ ਮਾਇਆ ਤਿਰਗੁਣੀ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਸਾਰਾ ਜੋ ਸੰਸਾਰ ਹੈ ਤਿਰਗੁਣੀ ਮਾਇਆ ਦੇ ਵਿੱਚ ਹੈ। ਸੰਸਾਰ ਨੂੰ ਵੇਖ ਕਰਕੇ ਜੀਵ ਆਪਣੇ ਅਸਲ ਰੂਪ ਨੂੰ ਭੁੱਲ ਗਿਆ ਹੈ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੜਫਦਾ ਹੈ, ਇਸ ਤਰ੍ਹਾਂ ਦੁਖੀ ਹੁੰਦਾ ਹੈ, ਜਿਵੇਂ ਜਿਉਂ ਦੇਖ ਦੀਪਕ ਪਤੰਗ ਪਚਾਇਆ। ਪੰਜ ਵਕਾਰ ਦੱਸੇ ਨੇ ਗੁਰਬਾਣੀ ਦੇ ਵਿੱਚ, ਸ਼ਬਦ, ਸਪਰਸ, ਰੂਪ, ਰਸ ਔਰ ਗੰਧ। ਇਹ ਪੰਜੇ ਵਿਕਾਰ ਮਨੁੱਖ ਦੇ ਅੰਦਰ ਹਾਵੀ ਹਨ। ਮਹਾਰਾਜ ਨੇ ਬਾਣੀ ਦੇ ਵਿੱਚ ਪ੍ਰਮਾਣ ਦਿੱਤੇ ਨੇ। ਭਾਈ ਗੁਰਦਾਸ ਜੀ ਵੀ ਗੁਰਬਾਣੀ ਦੀ ਵਿਆਖਿਆ ਲਿਖਦਿਆਂ ਹੋਇਆਂ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ, ਗੱਜ, ਮ੍ਰਿਗ, ਮੀਨ, ਪਤੰਗ, ਅਲ, ਇਕਤ ਇਕਤ ਰੋਗ ਪਚੰਦੇ। ਉਥੇ ਰੋਗ ਦਾ ਅਰਥ ਹੈ ਜਿਹੜਾ ਵਕਾਰ। ਹਾਥੀ ਦੇ ਅੰਦਰ ਇੱਕੋ ਵਕਾਰ ਹਾਵੀ ਹੈ। ਹਾਥੀ ਦੇ ਅੰਦਰ ਕਾਮ ਵਾਸ਼ਨਾ ਦਾ ਰੋਗ ਹੈ। ਹਾਥੀ ਨੂੰ ਜਿਹੜਾ ਹੈ ਉਹ ਸਪਰਸਤਾ ਦਾ ਰੋਗ ਹੈ। ਕਾਮ ਵਾਸ਼ਨਾ ਸਪਰਸਤਾ ਦੇ ਰੋਗ ਵਿੱਚ ਆ ਜਾਂਦਾ ਹੈ। ਵੈਸੇ ਇਹਦੀ ਬਹੁਤ ਵੱਡੀ ਕੈਟਾਗਰੀ ਹੈ। ਗੱਜ ਨਾਮ ਹਾਥੀ ਦਾ ਹੈ। ਮ੍ਰਿਗ, ਮ੍ਰਿਗ ਨਾਮ ਹਿਰਨ ਦਾ। ਹਿਰਨ ਨੂੰ ਕਿਹੜਾ ਰੋਗ ਹੈ? ਉਹ ਸ਼ਬਦ ਦਾ ਰੋਗ ਹੈ। ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ ਪੰਜ ਵਕਾਰ ਨੇ। ਜਿਹੜਾ ਸ਼ਬਦ ਦਾ ਵਕਾਰ ਹੈ ਇਹ ਹਿਰਨ ਦੇ ਅੰਦਰ ਹੈ। ਵੇਖੋ ਇਹਨਾਂ ਮਨੁੱਖ ਦੇ ਅੰਦਰ ਜਿਹੜਾ ਹੈ ਇਹ ਪੰਜੇ ਵਿਕਾਰ ਡੇਰਾ ਲਾਈ ਬੈਠੇ ਨੇ। ਇੱਕ ਇੱਕ ਵਿਕਾਰ ਮਨੁੱਖ ਜਿਹੜਾ ਹੈ ਇਹਨਾਂ ਜੀਵਾਂ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਹਿਰਨ ਉਹ ਕੰਨਾਂ ਦੁਆਰਾ ਜਦੋਂ ਨਾਦ ਸੁਣਦਾ ਹੈ ਤੇ ਦੌੜਿਆ ਚਲਿਆ ਆਉਂਦਾ, ਉਹਨੂੰ ਪਕੜਨ ਵਾਸਤੇ ਸ਼ਿਕਾਰੀ ਘੰਡੇ ਹੇੜੇ ਦਾ ਨਾਦ ਵਜਾਉਂਦੇ ਨੇ ਤੇ ਉਹ ਜਾਲ ਵਿੱਚ ਫਸ ਜਾਂਦਾ। ਇੱਕੋ ਰੋਗ ਉਹਦੀ ਮੌਤ ਦਾ ਕਾਰਨ ਬਣ ਗਿਆ। ਰੂਪ, ਰੂਪ ਦੇਖਣ ਦਾ ਜਿਹੜਾ ਰੋਗ ਹੈ, ਵਕਾਰ ਹੈ, ਇਹ ਪਤੰਗੇ ਦੇ ਅੰਦਰ ਹੈ। ਜਿਹੜਾ ਰਸ ਲੈਣ ਦਾ ਰੋਗ ਹੈ ਮੱਛੀ ਦੇ ਅੰਦਰ, ਮੱਛੀ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਜਿਹੜਾ ਗੰਧ ਲੈਣ ਦਾ ਜਿਹੜਾ ਰੋਗ ਹੈ ਇਹ ਭਵਰੇ ਦੇ ਅੰਦਰ ਹੈ। ਇਹ ਪੰਜ ਵਕਾਰ ਉਹਨਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਨੇ। ਤੇ ਸਾਡੇ ਅੰਦਰ ਇਹ ਪੰਜੇ ਰੋਗ ਹਨ, ਪੰਜੇ ਵਿਕਾਰ ਹਨ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਇੱਥੇ ਪਤੰਗੇ ਦਾ ਜ਼ਿਕਰ ਕੀਤਾ ਹੈ। ਜਿਉਂ ਦੇਖ ਦੀਪਕ ਪਤੰਗ ਪਚਾਇਆ। ਜਦੋਂ ਲਾਈਟ ਜਗਦੀ ਹੈ, ਦੀਵਾ ਜਗਦਾ ਹੈ, ਸ਼ਮਾ ਜਲਦੀ ਹੈ, ਪਤੰਗਾ ਦੌੜਿਆ ਚਲਿਆ ਆਉਂਦਾ, ਉਹਨੂੰ ਉਹ ਸੋਹਣਾ ਲੱਗਦਾ ਹੈ। ਬਲਦੀ ਹੋਈ ਲਾਈਟ ਰੂਪ ਹੈ, ਬੜਾ ਸੁੰਦਰਤਾ ਹੈ।
ਤਾਂ ਉਹ ਦੌੜਿਆ ਚੱਲਦਾ ਆਉਂਦਾ ਹੈ। ਜਦੋਂ ਉਸ ਚੀਜ਼ ਨੂੰ ਸਪਰਸ਼ ਕਰਦਾ ਹੈ ਜਿੱਥੇ ਉਹ ਤਪਸ਼ ਹੋ ਰਹੀ ਹੈ, ਭਾਵੇਂ ਉਹ ਬਲਬ ਜਗ ਰਿਹਾ ਹੈ, ਭਾਵੇਂ ਅੱਗ ਚੱਲ ਰਹੀ ਹੈ, ਉਹਦੇ ਪੰਖ ਸੜ ਜਾਂਦੇ ਨੇ ਅਤੇ ਫਿਰ ਤੜਫਦਾ ਹੋਇਆ ਉਹ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਬਿਲਕੁਲ ਜੀਵ ਇਹ ਤਿਰਗੁਣੀ ਮਾਇਆ ਦੇ ਵਿੱਚ ਇਸੇ ਤਰ੍ਹਾਂ ਇਹਨੂੰ ਦੌੜਦਾ, ਇਹਦੇ ਵੱਲ ਦੇਖਦਾ ਹੈ, ਪਦਾਰਥਾਂ ਵੱਲ, ਸੰਸਾਰ ਵੱਲ, ਪਰਿਵਾਰ ਵੱਲ। ਸਾਰਾ ਸੰਸਾਰ ਕੀ ਹੈ? ਮਾਇਆ ਦਾ ਤਿਰਗੁਣੀ ਰੂਪ ਹੈ। ਜਿਵੇਂ ਪਤੰਗਾ ਬਲਦੀ ਹੋਈ ਸ਼ਮਾ ਵੱਲ ਚੱਲਿਆ ਆਉਂਦਾ ਹੈ ਅਤੇ ਆਪਣਾ ਸਾਰਾ ਕੁਝ ਬਰਬਾਦ ਕਰ ਲੈਂਦਾ ਹੈ ਜੀਵਨ, ਇਸੇ ਤਰ੍ਹਾਂ ਮਨੁੱਖ ਸੰਸਾਰ ਵੱਲ, ਪਰਿਵਾਰ ਵੱਲ, ਪਦਾਰਥਾਂ ਵੱਲ ਬੜੀ ਖਿੱਚ ਰੱਖਦਾ ਹੈ ਅਤੇ ਆਪਣੇ ਆਤਮਿਕ ਜੀਵਨ ਨੂੰ ਖਤਮ ਕਰ ਲੈਂਦਾ ਹੈ। ਪਾਤਸ਼ਾਹ ਫਰਮਾਨ ਕਰਦੇ ਨੇ, ਪੰਡਤ ਭੁੱਲ ਭੁੱਲ ਮਾਇਆ ਦੇ ਵੇਖੈ, ਦੇਖਾ ਕਿਨੈ ਕਿਉ ਆਣ ਚੜਾਇਆ। ਪੰਡਤ ਜਿਹੜੇ ਧਾਰਮਿਕ ਲੋਕ ਨੇ, ਪੁਜਾਰੀ ਲੋਕ ਨੇ, ਉਹ ਭਾਵੇਂ ਸਾਰੇ ਹੀ ਆ ਜਾਂਦੇ ਨੇ, ਸਾਰੇ ਧਰਮਾਂ ਦੇ, ਆਪਣੇ ਗ੍ਰੰਥੀ, ਰਾਗੀ, ਪ੍ਰਚਾਰਕ, ਪੰਡਤ, ਬ੍ਰਾਹਮਣ, ਮੁੱਲਾਂ ਸਾਰੇ ਹੀ ਆ ਜਾਂਦੇ ਨੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹਨਾਂ ਦਾ ਧਿਆਨ ਵੀ ਰੱਬ ਵੱਲ ਨਹੀਂ ਹੈ, ਉਹਨਾਂ ਦਾ ਧਿਆਨ ਵੀ ਚੜ੍ਹਾਵੇ ਵੱਲ ਹੈ। ਹੋਰ ਤੁਸੀਂ ਵੇਖੋ, ਗੁਰੂ ਜਿਹੜੇ ਲੋਕਾਂ ਦੇ ਘਰਾਂ ਵਿੱਚ ਆਪਾਂ ਵੇਖਦੇ ਹਾਂ, ਸੰਗਤਾਂ ਅਖੰਡ ਪਾਠ ਕਰਾਉਂਦੀਆਂ ਨੇ ਜਾਂ ਕੁਝ ਵੀ, ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਦਾ ਵੀ ਧਿਆਨ ਹੁੰਦਾ ਵੀ ਚੜ੍ਹਾਵਾ ਕੀ ਚੜ੍ਹਿਆ ਹੈ, ਕਿੰਨਾ ਚੜ੍ਹਾਵਾ ਆਇਆ ਗੁਰਦੁਆਰੇ ਨੂੰ। ਉੱਥੇ ਬੈਠਿਆਂ ਦਾ ਧਿਆਨ ਉਹਨਾਂ ਦਾ ਚੜ੍ਹਾਵੇ ਵੱਲ ਹੈ, ਚੜ੍ਹਾਵਾ ਕਿੰਨਾ ਚੜ੍ਹਿਆ ਹੈ। ਸਾਰੇ ਐਸੇ ਨਹੀਂ ਹੁੰਦੇ, ਭਾਵੇਂ ਉਹ ਪ੍ਰਚਾਰਕ ਨੇ, ਗ੍ਰੰਥੀ, ਰਾਗੀ, ਪਾਠੀ ਨੇ, ਜਾਂ ਸਾਰੇ ਧਰਮਾਂ ਦੇ ਵਿੱਚ। ਇੱਥੇ ਪੰਡਤ ਦਾ ਜ਼ਿਕਰ ਕੀਤਾ ਹੈ, ਪਰ ਬਹੁਤਿਆਂ ਦੀ ਗਿਣਤੀ ਇਹ ਹੈ ਜਿਹੜੇ ਇਹ ਚੀਜ਼ ਗਿਣਦੇ ਨੇ ਵੀ ਗੁਰਦੁਆਰੇ ਜਾਂ ਮੰਦਿਰ ਵਿੱਚ, ਮਸਜਿਦ ਵਿੱਚ ਚੜ੍ਹਾਵਾ ਕੀ ਆਇਆ, ਕਿੰਨਾ ਕੁਝ ਚੜ੍ਹਿਆ ਹੈ। ਪਰਮਾਰਥ ਵੱਲ ਕੋਈ ਧਿਆਨ ਨਹੀਂ ਹੈ, ਬਸ ਚੜ੍ਹਾਵਾ ਕਿੰਨਾ ਚੜ੍ਹਿਆ ਹੈ। ਅਤੇ ਤੁਸੀਂ ਵੇਖੋ, ਇੱਕ ਗੱਲ ਨੋਟ ਕਰਨੀ ਕਿ ਜਦੋਂ ਕਿਸੇ ਵੱਡੇ ਬੰਦੇ ਦੇ ਘਰ ਪ੍ਰੋਗਰਾਮ ਹੁੰਦਾ ਨਾ, ਜਿਹੜਾ ਮਾਇਆ ਕਰਕੇ ਵੱਡਾ ਹੈ, ਉਹਦੇ ਘਰ ਜਿਹੜੇ ਮੈਂਬਰ ਕੋਲ ਟਾਈਮ ਨਹੀਂ, ਉਹ ਵੀ ਚਲਾ ਜਾਂਦਾ ਵੀ ਉੱਥੇ ਚੜ੍ਹਾਵਾ ਜ਼ਿਆਦਾ, ਪਰਚੀ ਜ਼ਿਆਦਾ ਉਹਨੇ ਕਟਾਣੀ, ਉੱਥੇ ਚੱਲੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇਹ ਹੀ ਵੇਖਦੇ ਨੇ ਕਿੰਨਾ ਚੜ੍ਹਾਵਾ ਚੜ੍ਹਿਆ, ਕਿਹਨੇ ਕਿੰਨਾ ਚੜ੍ਹਾਵਾ ਧਰਿਆ ਅੱਗੇ ਆ ਕੇ, ਕਿਹੜਾ ਵੱਡੀ ਵਸਤੂ ਲੈ ਕੇ ਆਇਆ ਹੈ। ਪੰਡਤ ਭੁੱਲ ਭੁੱਲ ਮਾਇਆ ਵੇਖੈ, ਦਿਖਾ ਕਿਨੈ ਕਿਉ ਆਣ ਚੜ੍ਹਾਇਆ। ਦੂਜੇ ਭਾਏ ਪੜੈ ਨਿਤ ਵਿਖਿਆ, ਨਿਤ ਨਾਵੋਂ ਦੀਏ ਖਵਾਇਆ। ਦੂਜੇ ਭਾਏ ਪੜੈ ਨਿਤ ਵਿਖਿਆ, ਨਾਵੋਂ ਦੀਏ ਖਵਾਇਆ। ਬਸ ਉਹ ਜਿਹੜਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ, ਪੜ੍ਹਾਉਣਾ, ਇਹ ਸਾਰਾ ਕੁਝ, ਕਥਾ ਕਰਨੀ, ਕੀਰਤਨ ਕਰਨਾ, ਪਾਠ ਕਰਨਾ, ਮਹਾਰਾਜ ਕਹਿੰਦੇ ਦਵੈਤ ਭਾਵ ਦੇ ਵਿੱਚ ਹੀ ਪੜ੍ਹਦੇ ਨੇ। ਕਥਾ ਬੜੀ ਸਵਾਰ ਸਵਾਰ ਕੇ ਕਰਦੇ ਨੇ, ਜਦੋਂ ਉਹਨਾਂ ਨੂੰ ਧਨ ਜ਼ਿਆਦਾ ਮਿਲਦਾ ਹੈ। ਜੇ ਧਨ ਨਾ ਮਿਲਣਾ ਹੋਵੇ ਤਾਂ ਜਵਾਬ ਹੀ ਦੇ ਦੇਣ, ਸਾਡੇ ਕੋਲ ਟਾਈਮ ਹੀ ਨਹੀਂ ਹੈ। ਕੀਰਤਨ ਵੀ ਇਸੇ ਤਰ੍ਹਾਂ ਹੋ ਗਿਆ, ਭਾਵ ਧਰਮ ਦੇ ਸਾਰੇ ਕਰਮ ਇਸੇ ਤਰ੍ਹਾਂ ਮਾਇਆ ਨਾਲ ਤੋਲਣ ਲੱਗ ਪਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੂਜੇ ਭਾਏ ਪੜ੍ਹੈ ਨਿਤ ਵਿਖਿਆ, ਨਾਵੋਂ ਦੀਏ ਖਵਾਇਆ। ਐਸੇ ਜੀਵਾਂ ਨੂੰ ਵਾਹਿਗੁਰੂ ਨਾਮ ਵੱਲੋਂ ਜਿਹੜਾ ਹੈ ਉਹ ਖੁਆਰ ਕਰ ਦਿੰਦਾ, ਦੂਰ ਕਰ ਦਿੰਦਾ ਹੈ। ਬਸ ਇਹੀ ਚੀਜ਼ਾਂ ਵੇਖ ਵੇਖ ਕੇ, ਪਦਾਰਥਾਂ ਵੱਲ ਵੇਖ ਵੇਖ ਕੇ ਆਪਣੇ ਅੰਦਰੋਂ ਨਾਮ ਨੂੰ ਦੂਰ ਕਰ ਦਿੱਤਾ। ਜੋਗੀ ਜੰਗਮ ਸੰਨਿਆਸੀ ਭੁੱਲੇ, ਉਹ ਨਾ ਅਹੰਕਾਰ ਬੋ ਗਰਭ ਵਧਾਇਆ। ਜੋਗੀ ਜੰਗਮ ਸੰਨਿਆਸੀ, ਇਹਨਾਂ ਨੇ ਵੀ ਆਪੋ ਆਪਣੇ
ਮਤ ਦੇ ਵਿੱਚ ਰਹਿ ਕਰਕੇ ਬਸ ਆਤਮਿਕ ਤੱਤ ਨੂੰ ਨਹੀਂ ਜਾਣਿਆ ਤੇ ਹੋਰ ਪਾਸੇ ਭੁੱਲੇ ਰਿਧੀਆਂ ਸਿਧੀਆਂ ਦੇ ਵਿੱਚ ਆਪਣੀ ਪੂਜਾ ਪ੍ਰਤਿਸ਼ਠਾ ਦੇ ਵਿੱਚ ਹੰਕਾਰ ਹੋ ਗਿਆ। ਮੇਰੇ ਵਰਗਾ ਕੋਈ ਸੰਨਿਆਸੀ ਨਹੀਂ, ਮੇਰੇ ਵਰਗਾ ਕੋਈ ਜੋਗੀ ਨਹੀਂ, ਮੇਰੇ ਵਰਗਾ ਕੋਈ ਜੰਗਮ ਨਹੀਂ। ਹੰਕਾਰ ਦਾ ਨਿਵਰਤ ਕਰਨੀ ਸੀ, ਸਗੋਂ ਹੰਕਾਰ ਹੋਰ ਅੰਦਰ ਵਧਾ ਲਿਆ ਜ਼ਿਆਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਧਨ ਭੋਜਨ ਨਾ ਲੈਈ ਸਤ ਭਿਖਿਆ, ਮਨ ਹਟ ਜਨਮ ਗਵਾਇਆ। ਜੋਗੀ ਜੰਗਮ ਸੰਨਿਆਸੀ ਕਹਿੰਦੇ ਅਸੀਂ ਕਿਸੇ ਦੇ ਘਰ ਦਾ ਕੱਪੜਾ ਨਹੀਂ ਲੈਣਾ, ਭੋਜਨ ਨਹੀਂ ਲੈਣਾ, ਸਤ ਦੀ ਭਿਖਿਆ ਨਹੀਂ ਲੈਣੀ, ਬਸ ਆਪਣੇ ਮਨ ਹਟ ਵਿੱਚ ਲੱਗ ਕੇ ਜਨਮ ਗਵਾ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦਾ ਹੀ ਇੱਕ ਪ੍ਰਸੰਗ ਹੈ ਗੁਰ ਇਤਿਹਾਸ ਦੇ ਵਿੱਚ। ਜਿਸ ਸਮੇਂ ਗੋਬਿੰਦਵਾਲ ਸਾਹਿਬ ਨਗਰ ਵਸ ਰਿਹਾ ਸੀ, ਬੜੀਆਂ ਰੌਣਕਾਂ ਹੋਣ ਲੱਗ ਪਈਆਂ, ਦੂਰੋਂ ਦੂਰੋਂ ਸੰਗਤਾਂ ਆ ਕੇ ਰਹਿਣ ਲੱਗ ਪਈਆਂ ਔਰ ਇਹ ਨਗਰ ਤਕਰੀਬਨ ਵਸ ਚੱਲਿਆ ਹੈ। ਇੱਥੇ ਜਿਹੜੇ ਗੋਂਦਾ ਮਰਵਾਹਾ ਖੱਤਰੀ ਸੀ, ਉਹਦਾ ਪਰਿਵਾਰ ਤੇ ਹੋਰ ਉਹਨਾਂ ਦੇ ਰਿਸ਼ਤੇਦਾਰ ਆ ਕੇ ਇੱਥੇ ਉਹ ਵੀ ਵਸ ਗਏ। ਪਹਿਲਾਂ ਹੀ ਵਸਦੇ ਸਨ, ਇੱਥੇ ਰਹਿੰਦੇ ਸਨ। ਤਾਂ ਇਹਨਾਂ ਗੋਂਦਿਆਂ ਦਾ ਇੱਕ ਗੁਰੂ ਬਣਿਆ ਹੋਇਆ ਸੀ, ਗੋਂਦੇ ਮਰਵਾਹੇ ਖੱਤਰੀਆਂ ਦਾ ਤਪਾ ਇੱਕ, ਉਹ ਵੀ ਗੋਬਿੰਦਵਾਲ ਸਾਹਿਬ ਰਹਿੰਦਾ ਸੀ। ਤੇ ਉਹ ਜਿਹੜਾ ਸੀ ਸੰਨਿਆਸੀ ਸੀ, ਜਿਹੜਾ ਹੈ ਉਹ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿੰਦਾ ਸੀ, ਪਰ ਆਪਣੇ ਆਪ ਨੂੰ ਬੜਾ ਤਪਾ ਬ੍ਰਹਮ ਗਿਆਨੀ ਅਖਵਾਉਂਦਾ ਸੀ। ਹੈ ਅੰਦਰੋਂ ਛਲੀਆ ਸੀ, ਕਪਟੀ ਸੀ, ਧਨ ਵਾਸਤੇ ਉਹ ਸਾਰਾ ਅਡੰਬਰ ਰਚੀ ਬੈਠਾ ਸੀ। ਜਿਸ ਸਮੇਂ ਬੋਲੀ ਸਾਹਿਬ ਤਿਆਰ ਹੋਈ ਤੇ ਉਹਦਾ ਪਾਪ ਪ੍ਰਗਟ ਕਰਨ ਵਾਸਤੇ ਕਿ ਅੰਦਰੋਂ ਕਪਟੀ ਹੈ, ਬਾਹਰੋਂ ਲੋਕਾਂ ਨੂੰ ਭਰਮਾਉਂਦਾ ਹੈ, ਇਹਨਾਂ ਖੱਤਰੀਆਂ ਨੂੰ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਦੇ ਵੱਲ ਸੁਨੇਹਾ ਭੇਜਿਆ। ਕਿਉਂਕਿ ਉਹ ਰੋਜ਼ ਕੋਈ ਨਾ ਕੋਈ ਲੋਕਾਂ ਦੇ ਵਿੱਚ ਉੱਥੇ ਵਿਵਾਦ ਖੜਾ ਕਰ ਦਿੰਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੰਗਤ ਵਿੱਚ। ਤੇ ਉਹ ਮਰਵਾਹੇ ਖੱਤਰੀਆਂ ਦੇ ਪਰਿਵਾਰਾਂ ਵਿੱਚ ਉਹਨਾਂ ਦੇ ਨੌਜਵਾਨ ਬੱਚੇ ਵੀ ਸ਼ਰਾਰਤ ਕਰਦੇ ਸਨ ਕੋਈ ਨਾ ਕੋਈ। ਉਹ ਸ਼ਹਿ ਸਾਰੀ ਇਸ ਤਪੇ ਦੀ ਸੀ। ਤੇ ਜਦੋਂ ਭੇਜਿਆ ਸੁਨੇਹਾ, ਉਹ ਕਹਿੰਦਾ ਨਹੀਂ ਜੀ, ਅਸੀਂ ਗ੍ਰਸਤੀਆਂ ਦੇ ਜਿਹੜੇ ਇੱਦਾਂ ਦੇ ਜਿਹੜੇ ਇਹਨਾਂ ਦੇ ਅਸੀਂ ਨਹੀਂ ਜਾਂਦੇ ਹਾਂ। ਅਸੀਂ ਤੇ ਮਾਇਆ ਦੇ ਤਿਆਗੀ ਹਾਂ, ਸਾਨੂੰ ਮਾਇਆ ਤੋਂ ਕੀ ਲੋੜ ਹੈ, ਸਾਨੂੰ ਕੋਈ ਮਾਇਆ ਦੀ ਲੋੜ ਨਹੀਂ, ਪਦਾਰਥ ਦੀ ਲੋੜ ਨਹੀਂ। ਅਸੀਂ ਐਵੇਂ ਕਿਸੇ ਦੇ ਘਰ ਰੋਟੀ ਨਹੀਂ ਖਾਂਦੇ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਿਹੜਾ ਵਿਧਾਨ ਮਰਿਆਦਾ ਬਣਾਈ ਕਿ ਸੰਗਤ ਦੇ ਵਿੱਚ ਆ ਕੇ ਪੰਗਤ ਵਿੱਚ ਸਾਰੇ ਬੈਠਣ, ਭਾਵੇਂ ਉਹ ਕਿਸੇ ਵਰਣ ਦਾ ਹੈ। ਇਹ ਕਹਿੰਦਾ ਵੀ ਤੁਸੀਂ ਵਿੱਚੇ ਸਾਰੇ ਵਰਣ ਇਕੱਠੇ ਕਰਤੇ, ਜਿਹੜੇ ਸ਼ੂਦਰ ਵਰਣ ਦੇ ਲੋਕ ਉਹਨਾਂ ਨੂੰ ਤਾਂ ਉਸ ਸਮੇਂ ਵੇਖਣਾ ਪਸੰਦ ਨਹੀਂ ਸੀ ਕਰਦੇ, ਤੇ ਤੁਸੀਂ ਨਾਲ ਪੰਗਤ ਵਿੱਚ ਬਰਾਬਰ ਬਿਠਾਤਾ। ਇਸ ਕਰਕੇ ਤੁਹਾਡੀ ਮਰਿਆਦਾ ਠੀਕ ਨਹੀਂ, ਅਸੀਂ ਨਹੀਂ ਤੁਹਾਡੇ ਨਾਲ ਰਲ ਕੇ ਚੱਲ ਸਕਦੇ, ਤੁਸੀਂ ਸਾਰੀ ਮਰਿਆਦਾ ਸ਼ਾਸਤਰਾਂ ਦੀ ਭੰਗ ਕਰ ਦਿੱਤੀ ਹੈ। ਤਾਂ ਦੂਜੀ ਵਾਰ ਸੁਨੇਹਾ ਭੇਜਿਆ, ਫਿਰ ਵੀ ਨਾ ਆਇਆ। ਮਹਾਰਾਜ ਫਿਰ ਉੱਥੇ ਕਹਿੰਦੇ ਵੀ ਪਹਿਰੇਦਾਰ ਖੜ੍ਹ ਜਾਣ, ਹੁਣ ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ, ਪਰ ਨਾਲ ਇਹ ਐਲਾਨ ਕਰ ਦਿਓ ਗੋਬਿੰਦ ਸਾਹਿਬ ਵੱਲ ਵਿੱਚ ਵੀ ਜਿਹੜਾ ਆ ਕੇ ਲੰਗਰ ਛਕੇਗਾ ਉਹਨੂੰ ਇਸ ਦਾ ਧਨ ਦਿੱਤਾ ਜਾਵੇਗਾ, ਮੋਹਰਾਂ ਦਿੱਤੀਆਂ ਜਾਣਗੀਆਂ। ਜਦੋਂ ਇਹਨੇ ਸੁਣਿਆ ਵੀ ਉੱਥੇ ਮੋਹਰਾਂ ਮਿਲਣੀਆਂ ਨੇ, ਆਪਣੇ ਆਪ ਤੇ ਨਹੀਂ ਆਇਆ, ਆਪਣੇ ਪੁੱਤਰ ਨੂੰ ਭੇਜਿਆ, ਤੂੰ ਜਾ। ਉਹ ਗਿਆ ਅੱਗੇ, ਤੇ ਵੈਸੇ ਤੇ ਕਿਸੇ ਨੂੰ ਰੋਕਦੇ ਨਹੀਂ, ਪਰ ਉਹਨਾਂ ਦੇ ਅੰਦਰ ਲੋਭ ਨੂੰ ਪ੍ਰਗਟ ਕਰਨ ਵਾਸਤੇ ਮਹਾਰਾਜ ਨੇ ਉਹ ਜਿਹੜੇ ਪਹਿਰੇਦਾਰ ਖੜੇ ਸੀ ਉਹਨਾਂ ਰੋਕਤਾ ਸਿੱਖਾਂ ਨੇ ਵੀ ਅੰਦਰ ਨਹੀਂ, ਹੁਣ ਨਹੀਂ ਕੋਈ ਜਾ ਸਕਦਾ ਅੰਦਰ ਲੰਗਰ ਛਕਣ। ਉਹ ਵਾਪਸ ਆ ਗਿਆ, ਆ ਕੇ ਦੱਸੀ ਗੱਲਬਾਤ। ਕਹਿੰਦੇ ਇੱਦਾਂ ਕਰ, ਤੂੰ ਕੰਧ ਟੱਪ ਕੇ ਅੰਦਰ ਵੜ ਜਾ। ਕੰਧ ਟੱਪ ਕੇ ਉਹ ਜਦੋਂ ਬੱਚਾ ਅੰਦਰ ਵੜਿਆ, ਉਹਦੀ ਡਿੱਗ ਗਿਆ, ਕੰਧ ਤੋਂ ਡਿੱਗਣ ਨਾਲ ਲੱਤ ਟੁੱਟ ਗਈ। ਤੇ ਉਹ ਸਾਰੇ ਜਿਹੜੇ ਲੋਕ ਅੰਦਰ ਪਹਿਲਾਂ ਬੈਠੇ ਲੰਗਰ ਛਕ ਰਹੇ ਸੀ, ਨਗਰ ਵਿੱਚ ਇਹ ਸਾਰਿਆਂ ਦੀ ਗੱਲ ਪ੍ਰਗਟ ਹੋ ਗਈ ਵੀ ਇਹ ਤਾਂ ਬੜਾ ਲੋਭੀ ਤਪਾ ਨਿਕਲਿਆ। ਧੰਨ ਗੁਰੂ ਰਾਮਦਾਸ ਮਹਾਰਾਜ ਜਿਸ ਸਮੇਂ ਗੁਰਤਾ ਗੁਰਗੱਦੀ ਤੇ ਵਿਰਾਜਮਾਨ ਹੋਏ, ਤੇ ਮਹਾਰਾਜ ਨੇ ਉਹ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ।
ਮਹਾਰਾਜ ਕਹਿੰਦੇ ਇਹ ਤਪਾ ਨਹੀਂ ਹੈ, ਇਹ ਕੋਈ ਸਾਧੂ ਨਹੀਂ ਹੈ, ਇਹ ਤਾਂ ਬੜਾ ਲੋਭੀ ਹੈ। ਇਹ ਜਜਮਾਲਿਆ ਕਹੀਏ ਕੋੜੀ ਮਾਇਆ ਵਾਸਤੇ ਸਾਰਾ ਡੰਬਰ ਰਚੀ ਬੈਠਾ ਹੈ। ਸਤੈ ਦੀ ਭਿਖਿਆ ਲੈ ਨਾਹੀ, ਅੱਗੋਂ ਦੇ ਆਣ ਕੇ ਪਛਤਾਏ। ਮਹਾਰਾਜ ਕਹਿੰਦੇ ਪਹਿਲਾਂ ਜਦੋਂ ਕਿਹਾ ਸੁਨੇਹਾ ਭੇਜਿਆ ਉਦੋਂ ਆਇਆ ਨਹੀਂ, ਪਿੱਛੋਂ ਦੇ ਆਣ ਕੇ ਤਪੈ ਪੁੱਤ ਵਿੱਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਹਿ ਗਾਲਿਆ। ਜਾਨੇ ਜਿੰਨੇ ਵੀ ਸਾਰੇ ਜਿਹੜੇ ਮੁਖੀ ਲੋਕ ਨਗਰ ਦੇ, ਜਿਵੇਂ ਚੌਧਰੀ ਹੁੰਦੇ ਸਨ ਉਸ ਸਮੇਂ ਮੁਖੀ, ਉਹ ਸਾਰੇ ਹੱਸਣ ਲੱਗ ਪਏ ਵੀ ਇਹ ਤੇ ਬੜਾ ਆਪਣੇ ਆਪ ਨੂੰ ਤਪਾ ਖਵਾਉਂਦਾ ਸੀ, ਬੜਾ ਵੈਰਾਗੀ ਉਦਾਸੀ ਖਵਾਉਂਦਾ ਸੀ, ਤਾਂ ਇਹ ਤਾਂ ਨਿਰਾ ਲੋਭੀ ਹੈ। ਤਾਂ ਉਹਦਾ ਅੰਦਰਲਾ ਪਾਪ ਉਹ ਬਾਹਰ ਪ੍ਰਗਟ ਹੋ ਗਿਆ। ਮਹਾਰਾਜ ਇੱਥੇ ਵੀ ਬਚਨ ਕਹਿੰਦੇ ਨੇ, ਸਾਧਨ ਭੋਜਨ ਨਾ ਲੈਹੀ ਸਤ ਭਿਖਿਆ, ਮਟ ਹਟ ਜਨਮ ਗਵਾਇਆ। ਬਸ ਆਪਣੇ ਮਨ ਹਟ ਦੇ ਪਿੱਛੇ ਹੀ ਜਨਮ ਗਵਾ ਲਿਆ ਜੀ। ਅਸੀਂ ਕਿਸੇ ਕੋਲੋਂ ਕੱਪੜਾ ਨਹੀਂ ਲੈ ਕੇ ਪਾਉਂਦੇ, ਅਸੀਂ ਕਿਸੇ ਦੀ ਘਰ ਦੀ ਰੋਟੀ ਨਹੀਂ ਖਾਂਦੇ, ਅਸੀਂ ਕਿਸੇ ਦੇ ਘਰ ਦਾ ਦਾਨ ਨਹੀਂ ਲੈਂਦੇ, ਤੇ ਇਸ ਤਰ੍ਹਾਂ ਕਰਕੇ ਆਪਣਾ ਇਹ ਜਨਮ ਗਵਾ ਲਿਆ। ਅਸਲ ਤੱਤ ਨੂੰ ਨਹੀਂ ਜਾਣਿਆ, ਇਹ ਤੜਿਆਂ ਵਿੱਚੋਂ ਸੋ ਜਨ ਸਮਝਦਾ, ਜਿਨ ਗੁਰਮੁਖ ਨਾਮ ਧਿਆਇਆ। ਮਹਾਰਾਜ ਕਹਿੰਦੇ ਇਹਨਾਂ ਸਾਰਿਆਂ ਵਿੱਚੋਂ ਉਹ ਜਨ ਸਮ ਦ੍ਰਿਸ਼ਟੀ ਵਾਲਾ ਹੈ, ਜਿਹਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ, ਪਰਮੇਸ਼ਵਰ ਦੇ ਨਾਮ ਨੂੰ ਜਿਹਨੇ ਜਪਣਾ ਕੀਤਾ ਹੈ, ਉਹ ਸਮਾਧੀ ਲੀਨ ਹੋ ਗਿਆ ਹੈ, ਉਹ ਸੰਸਾਰ ਦੇ ਵਿਕਾਰਾਂ ਤੋਂ ਬਚ ਗਿਆ। ਜਾਂ ਨਾਨਕ ਕਿਸਨੂੰ ਆਖ ਸੁਣਾਈਐ ਸਭ, ਜਾਂ ਕਰਦੇ ਸਭ ਕਰਾਇਆ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਕਿਸੇ ਨੂੰ ਵੀ ਨਿੰਦਦਾ ਨਹੀਂ ਹੈ, ਉਹ ਬੰਦਗੀ ਕਰਦਾ ਹੋਇਆ ਵਾਹਿਗੁਰੂ ਵਿੱਚ ਓਤ ਪੋਤ ਰਹਿੰਦਾ ਹੈ। ਤੇ ਉਹ ਕਹਿੰਦਾ ਹੈ ਵਾਹਿਗੁਰੂ ਇਹ ਸਾਰੇ ਸੰਸਾਰ ਦੇ ਜੀਵ ਤੇਰੇ ਨੇ, ਸਾਰੇ ਪਾਸੇ ਤੂੰ ਆਪ ਹੀ ਵਰਤ ਰਿਹਾ ਹੈ। ਜਨ ਨਾਨਕ ਕਿਸਨੋਂ ਆਖ ਸੁਣਾਈਐ, ਜਾਂ ਕਰਦੇ ਸਭ ਕਰਾਇਆ। ਉਹ ਸਾਰਿਆਂ ਨੂੰ ਵਾਹਿਗੁਰੂ ਨੇ ਜਿਸ ਜਿਸ ਪਾਸੇ ਲਾਇਆ, ਕੋਈ ਲੱਗਾ ਹੋਇਆ ਹੈ। ਗੁਰਮੁਖ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਪੌੜੀ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਜਿਹੜੇ ਵਿਕਾਰ, ਮਾਇਆ ਮੋਹ ਪ੍ਰੇਤ ਹੈ, ਇਹ ਬਹੁਤ ਵੱਡਾ ਪ੍ਰੇਤ ਜੀਵ ਨੂੰ ਚਿੰਬੜਿਆ ਹੋਇਆ ਮਾਇਆ ਦਾ। ਫਿਰ ਇੱਥੇ ਹੀ ਨਹੀਂ, ਫਿਰ ਮੋਹ ਕਾਮ ਕ੍ਰੋਧ ਹੰਕਾਰ ਇਤਿਆਦਿਕ ਇਹ ਸਾਰੇ ਪ੍ਰੇਤ ਜੀਵ ਨੂੰ ਚਿੰਬੜੇ ਹੋਏ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜਮ ਕੀ ਸਿਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਇਹ ਧਰਮ ਰਾਜ ਦੀ ਸਾਰੀ ਸਿਰਕਾਰ ਹਨ, ਭਾਵ ਇਹ ਸਾਰੇ ਉਹਦੇ ਅਧੀਨ ਹਨ ਤੇ ਉਹਦੇ ਲਾਏ ਹੋਏ ਲੱਗੇ ਹੋਏ ਨੇ। ਉਹਨਾਂ ਵੱਲੋਂ ਜਿਵੇਂ ਸਰਕਾਰ ਵੱਲੋਂ ਹੁਕਮ ਹੈ ਨਾ, ਪੁਲਿਸ ਨੂੰ ਫੌਜ ਨੂੰ ਕੀ ਹੁਕਮ ਹੁੰਦਾ ਹੈ ਵੀ ਜਿਹੜਾ ਤੁਹਾਨੂੰ ਬੰਦਾ ਕਾਨੂੰਨ ਤੋਂ ਬਾਹਰ ਦਿਖਾਈ ਦੇਵੇ ਉਹਨੂੰ ਪਕੜ ਲੈਣਾ ਹੈ। ਕੋਈ ਨਸ਼ਾ ਵੇਚਦਾ, ਕੋਈ ਕੁਝ ਕਰਦਾ, ਕੋਈ ਚੋਰੀਆਂ ਕਰਦਾ, ਕਿਸੇ ਤਰ੍ਹਾਂ ਵੀ ਮਾੜੇ ਕਰਮ ਕਰਦਾ, ਦੁਰਾਚਾਰ ਕਰਦਾ ਹੈ। ਇਸੇ ਤਰ੍ਹਾਂ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ। ਧਰਮ ਰਾਜੇ ਨੇ ਜਮ ਕੰਕਰਾਂ ਨੂੰ ਕਿਹਾ ਹੋਇਆ ਵੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਕੜ ਪਕੜ ਕੇ ਨਾ ਜੇਲ੍ਹ ਵਿੱਚ ਸੁੱਟੋ, ਮਾਰੋ ਕੁੱਟੋ ਚੰਗੀ ਤਰ੍ਹਾਂ। ਮਨਮੁਖ ਜਮ ਮਗ ਪਾਈਆਂ ਜਿਨ੍ਹਾਂ ਦੂਜਾ ਭਾਉ ਪਿਆਰਾ। ਇਸ ਤਰ੍ਹਾਂ ਦੇ ਮਨਮੁਖ ਜਮਾਂ ਦੇ ਰਸਤੇ ਪੈਂਦੇ ਨੇ ਜਿਨ੍ਹਾਂ ਦੇ ਅੰਦਰ ਮਾਇਆ ਦਾ, ਸੰਸਾਰ ਦਾ, ਪਦਾਰਥ ਦਾ ਪਿਆਰ ਬਣਿਆ ਹੋਇਆ। ਜਮਪੁਰ ਬੱਧੇ ਮਾਰੀਆਂ ਕੋ ਸੁਣੈ ਨਾ ਪੁਕਾਰਾ। ਜਿਵੇਂ ਜੇਲ੍ਹ ਦੇ ਵਿੱਚ ਕੈਦੀ ਨੂੰ ਲਿਜਾ ਕੇ ਜਾ ਕੇ ਕੁੱਟਦੇ ਨੇ, ਉੱਥੇ ਨਾ ਪਿਓ ਨਾ ਮਾਂ ਨਾ ਭੈਣ ਨਾ ਭਾਈ ਕਿਸੇ ਨੂੰ ਨੇੜੇ ਆਉਂਦੇ ਨੇ। ਜਦੋਂ ਅੰਦਰੋਂ ਜਾ ਕੇ ਰਿਮਾਂਡ ਲੈਂਦੇ ਨੇ, ਮਹਾਰਾਜ ਕਹਿੰਦੇ ਉੱਥੇ ਕੋਈ ਵੀ ਇਹਦਾ ਪੁਕਾਰ ਸੁਣਨ ਵਾਲਾ ਨਹੀਂ ਹੁੰਦਾ। ਮਾੜਾ ਕਰਮ ਕਰ ਬੈਠਾ, ਕਤਲ ਕਰ ਬੈਠਾ, ਦੁਰਾਚਾਰ ਕਰ ਬੈਠਾ, ਜਦੋਂ ਮਾੜੇ ਕਰਮ ਕਰ ਲਏ ਉਹਦੀ ਸਜ਼ਾ ਹੋਈ, ਜੇਲ੍ਹ ਵਿੱਚ ਲੈ ਕੇ ਜਾ ਕੇ ਭਾਵੇਂ ਸਾਰੇ ਸੰਬੰਧੀ ਹਨ ਪਰ ਕੋਈ ਇਹਦੀ ਪੁਕਾਰ ਨਹੀਂ ਸੁਣਦਾ। ਉੱਥੇ ਫਿਰ ਉਹ ਮਾਰਦੇ ਨੇ। ਜਮਪੁਰ ਬੱਧੇ ਮਾਰੀਆਂ, ਬੰਨ੍ਹ ਕੇ ਮਾਰਦੇ ਨੇ, ਕੁੱਟਦੇ ਨੇ, ਹਿੱਲਣ ਨਹੀਂ ਦਿੰਦੇ। ਕੋ ਸੁਣੈ ਨਾ ਪੁਕਾਰਾ, ਕੋਈ ਵੀ ਇਹਦੀ ਪੁਕਾਰ ਨਹੀਂ ਸੁਣਦਾ। ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ, ਗੁਰਮੁਖ ਨਿਸਤਾਰਾ।
ਜਿਸ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਉਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ। ਉਹ ਪੂਰੇ ਗੁਰੂ ਦੇ ਨਾਮ ਨੂੰ ਜਪ ਕੇ ਸ਼ਬਦ ਨੂੰ ਕਮਾ ਕੇ ਭਲੀ ਭਾਂਤ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਗੁਰਮੁਖਾਂ ਦਾ ਭਲੀ ਭਾਂਤ ਨਿਸਤਾਰਾ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।